ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਸਾਡੇ ਇਸ ਖਾਸ ਪ੍ਰੋਗਰਾਮ ਉਡਾਰੀ ਵਿਦੇਸ਼ਾਂ ਨੂੰ ਵਿੱਚ ਤੇ ਮੈਂ ਹਾਂ ਪ੍ਰੀਤ। ਹਮੇਸ਼ਾ ਅਸੀਂ ਗੱਲ ਕਰਦੇ ਹਾਂ ਜਿਹੜੇ ਸਾਡੇ ਸਟੂਡੈਂਟਸ ਅਬਰੋਡ ਜਾਣਾ ਚਾਹੁੰਦੇ ਨੇ, ਚਾਹੇ ਉਹ ਕੈਨੇਡਾ ਜਾਣਾ, ਚਾਹੇ ਨਿਊਜ਼ੀਲੈਂਡ, ਚਾਹੇ ਆਸਟ੍ਰੇਲੀਆ, ਚਾਹੇ ਯੂਕੇ, ਹਰੇਕ ਕੰਟਰੀ ਬਾਰੇ ਸਾਨੂੰ ਇੱਕ ਨੌਲੇਜ ਹੋਣਾ ਬਹੁਤ ਜ਼ਰੂਰੀ ਹੈਗਾ। ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੱਚੇ ਜਿੰਨੇ ਜ਼ਿਆਦਾ ਸ਼ੋਜ਼ ਦੇਖਦੇ ਨੇ, ਇੰਟਰਨੈਟ ਤੇ ਵੀ ਅਸੀਂ ਬਹੁਤ ਸਾਰੇ ਸ਼ੋਜ਼ ਦੇਖਦੇ ਹਾਂ, ਕਨਫਿਊਜ਼ ਬਹੁਤ ਜ਼ਿਆਦਾ ਹੋ ਜਾਂਦੇ ਨੇ ਕਿਉਂਕਿ ਕੋਈ ਕੁਝ ਕਹਿ ਰਿਹਾ ਤੇ ਕੋਈ ਕੁਝ ਕਹਿ ਰਿਹਾ। ਇਸੇ ਲਈ ਸਾਡੇ ਸ਼ੋਅ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਐਕਸਪਰਟ ਜੋ ਹੈਗੇ ਨੇ ਉਹਨਾਂ ਦੇ ਨਾਲ ਹੀ ਤੁਹਾਨੂੰ ਮਿਲਵਾਇਆ ਜਾਏ ਤਾਂ ਕਿ ਤੁਹਾਨੂੰ ਇੱਕ ਸਹੀ ਇਨਫੋਰਮੇਸ਼ਨ ਦਿੱਤੀ ਜਾਏ। ਸੋ ਅੱਜ ਸਾਡੇ ਸ਼ੋਅ ਦੇ ਵਿੱਚ ਸਪੈਸ਼ਲੀ ਜੋ ਐਕਸਪਰਟ ਹੋਣਗੇ ਉਹ ਪਿਛਲੇ ਆਪਾਂ ਗੱਲ ਕਰੀਏ ਤਾਂ ਪਿਛਲੇ 2 ਦਸ਼ਕ ਤੋਂ ਬਹੁਤ ਸਾਰੇ ਤਮਾਮ ਸਟੂਡੈਂਟਸ ਜਿਹੜੇ ਹੈਗੇ ਨੇ ਉਹਨਾਂ ਦੇ ਥਰੂ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਜਾ ਕੇ ਅੱਜ ਆਪਣਾ ਭਵਿੱਖ ਬਣਾ ਚੁੱਕੇ ਨੇ। ਇੱਕ ਭਰੋਸੇਮੰਦ ਕੰਪਨੀ ਹੈਗੀ ਆ, ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਚਾਰਮਸ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੀ। ਆਲਮੋਸਟ ਸਾਡੀ ਆਡੀਅנס ਦੀ ਜੇਕਰ ਮੈਂ ਗੱਲ ਕਰਾਂ, ਤੁਹਾਡਾ ਵੀ ਕੋਈ ਆਪਣਾ ਜ਼ਰੂਰ ਇਹਨਾਂ ਦੇ ਥਰੂ ਗਿਆ ਹੋਏਗਾ ਕਿਸੇ ਨਾ ਕਿਸੇ ਕੰਟਰੀ ਦੇ ਵਿੱਚ। ਤੇ ਅੱਜ ਜੋ ਸਪੈਸ਼ਲੀ ਮੈਂ ਗੱਲ ਕਰਾਂਗੀ, ਚਾਹੇ ਕੈਨੇਡਾ ਦੀ ਗੱਲ ਕਰ ਲਈਏ, ਚਾਹੇ ਆਸਟ੍ਰੇਲੀਆ ਦੀ ਗੱਲ ਕਰ ਲਈਏ, ਚਾਹੇ ਨਿਊਜ਼ੀਲੈਂਡ, ਚਾਹੇ ਜਰਮਨੀ, ਚਾਹੇ ਯੂਕੇ, ਹਰ ਕੰਟਰੀ ਦੇ ਵਿੱਚ ਇਹਨਾਂ ਦੇ ਥਰੂ ਸਟੂਡੈਂਟ ਜਾ ਕੇ ਆਪਣਾ ਭਵਿੱਖ ਬਣਾ ਚੁੱਕੇ ਨੇ। ਤੇ ਅੱਜ ਮੈਂ ਸਪੈਸ਼ਲੀ ਗੱਲ ਕਰਨ ਵਾਲੀ ਹਾਂ ਨਿਊਜ਼ੀਲੈਂਡ ਤੇ ਜਰਮਨੀ ਨੂੰ ਲੈ ਕੇ। ਨਾਲ ਦੀ ਨਾਲ ਕੈਨੇਡਾ ਅਸੀਂ ਸਪਾਊਸ ਵੀਜ਼ਾ ਬਾਰੇ ਗੱਲ ਕਰਾਂਗੇ ਕਿਉਂਕਿ ਕੈਨੇਡਾ ਨੂੰ ਲੈ ਕੇ ਇੱਕ ਟੈਨਸ਼ਨ ਰਹਿੰਦੀ ਹੈ ਕਿ ਜੇ ਸਪਾਊਸ ਨਾਲ ਜਾਏਗਾ ਤਾਂ 6 ਮਹੀਨੇ, ਸਾਲ, ਕਈ ਵਾਰ 2-2 ਸਾਲ ਲੱਗ ਜਾਂਦੇ ਨੇ। ਪਰ ਸਪਾਊਸ ਪਹਿਲੇ ਦਿਨ ਤੋਂ ਨਾਲ ਜਾ ਸਕਦਾ ਮੇਨ ਐਪਲੀਕੈਂਟ ਦੇ ਜਾਂ ਫਿਰ ਨਹੀਂ, ਇਸ ਬਾਰੇ ਅਸੀਂ ਗੱਲ ਕਰਾਂਗੇ। ਸੋ ਚਾਰਮਸ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ CEO ਮਿਸਟਰ ਮਨੀਸ਼ ਜੀ ਮੇਰੇ ਨਾਲ ਹੋਣਗੇ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰ ਲੈਂਦੇ ਹਾਂ। ਹੈਲੋ ਸਰ, ਵੈਲਕਮ ਟੂ ਦ ਸ਼ੋ। ਥੈਂਕ ਯੂ ਵੈਰੀ ਮਚ ਨਵਪ੍ਰੀਤ ਜੀ, ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਚਾਰਮਸ ਐਜੂਕੇਸ਼ਨ ਦੇ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਜਿਵੇਂ ਮੈਂ ਕਿਹਾ, ਇੱਕ ਭਰੋਸੇਮੰਦ ਕੰਪਨੀ। ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਇੱਕ ਕੰਸਲਟੈਂਟ ਪਹਿਲਾ ਪੜਾਅ ਹੈਗਾ। ਜੇਕਰ ਤੁਸੀਂ ਸਹੀ ਕੰਸਲਟੈਂਟ ਚੂਜ਼ ਕਰਦੇ ਹੋ, ਤੁਸੀਂ ਆਪਣਾ ਭਵਿੱਖ ਬਣਾਉਣ ਵੱਲ ਵਧਦੇ ਹੋ ਤੇ ਸੋਚ ਸਮਝ ਕੇ ਜਿਹੜਾ ਤੁਸੀਂ ਚੂਜ਼ ਕਰਨਾ। ਸੋ ਜਿਵੇਂ ਮੈਂ ਮਿਸਟਰ ਮਨੀਸ਼ ਜੀ ਦੀ ਗੱਲ ਕਰਾਂ, ਸਰ ਤੁਸੀਂ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਹੋ ਨਿਊਜ਼ੀਲੈਂਡ ਤੋਂ, ਹੈ ਨਾ, ਔਰ ਆਲਮੋਸਟ 2015 ਤੋਂ, ਹੈ ਨਾ, ਬਹੁਤ ਲੰਬਾ ਟਾਈਮ। ਔਰ ਦੂਸਰੀ ਗੱਲ ਜੇ ਅਸੀਂ ਕੀਤੀ ਜਾਵੇ ਕੰਪਨੀ ਦੀ ਗੱਲ ਕੀਤੀ ਜਾਵੇ ਤਾਂ ਐਨਜ਼ੇਰਾ ਦੇ ਮੈਂਬਰ ਵੀ ਹੈਗੇ ਹੋ। ਸੋ ਆਲਮੋਸਟ ਇੱਕ ਇੰਨਾ ਖਿਤਾਬ ਇੰਨੇ ਟਾਈਮ ਤੋਂ ਨਾਲ ਲੈ ਕੇ ਚੱਲਣਾ, ਹੈ ਨਾ, ਮੈਂ ਇਹਦੇ ਬਾਰੇ ਕੁਝ ਜਾਣਨਾ ਚਾਹਾਂਗੀ ਕਿ ਇਹਦੇ ਬੈਨੀਫਿਟ ਕਲਾਇੰਟ ਨੂੰ ਕੀ ਬੈਨੀਫਿਟ ਪਹੁੰਚਣਗੇ ਇਹਦੇ। ਸ਼ੋਰ, ਤੁਸੀਂ ਬਿਲਕੁਲ ਠੀਕ ਕਿਹਾ। ਚਾਰਮਸ ਐਜੂਕੇਸ਼ਨ ਇੱਕ ਭਰੋਸੇਮੰਦ ਨਾਮ ਹੈਗਾ ਆਲਮੋਸਟ ਪਿਛਲੇ 2 ਡੈਕੇਡਸ ਤੋਂ। ਤੇ ਚਾਰਮਸ ਐਨਜ਼ਰਾ ਮੈਂਬਰ ਹੈਗਾ ਆਲਮੋਸਟ ਫਰੋਮ 2008। ਇਹਦਾ ਨਾਮ ਕੁਝ ਹੋਰ ਹੁੰਦਾ ਸੀ ਪਹਿਲਾਂ, ਨਿਊਜ਼ੀਲੈਂਡ ਸਪੈਸ਼ਲਿਸਟ ਏਜੰਟ। ਫਿਰ ਇਹਦਾ ਨਾਮ ਚੇਂਜ ਹੁੰਦੇ ਫਿਰ ਬਾਅਦ 'ਚੋਂ ਐਜੂਕੇਸ਼ਨ ਨਿਊਜ਼ੀਲੈਂਡ ਰਿਕੋਗਨਾਈਜ਼ਡ ਏਜੰਸੀ ਹੋ ਗਿਆ। ਤੇ ਅਸੀਂ ਲਗਾਤਾਰ 2008 ਤੋਂ ਇਸ ਦੇ ਮੈਂਬਰ ਹੈਗੇ ਹਾਂ। ਇਹ ਲਾਈਕ ਮੈਂਬਰਸ਼ਿਪ ਜਿਹੜੀ ਹੈਗੀ ਹੈ, ਇਟ ਇਜ਼ ਫॉर ਦੋਜ਼ ਏਜੰਟਸ ਜਿਹੜੇ ਕਿ ਲਾਈਕ ਇੱਕ ਭਰੋਸੇਮੰਦ ਨਾਮ ਤੇ ਉਹਨਾਂ ਦਾ ਜਿਹੜਾ ਅਪਰੂਵਲ ਰੇਟ ਹੈਗਾ ਉਹ ਸਭ ਤੋਂ ਵਧੀਆ ਹੁੰਦਾ ਹੈਗਾ। ਤਾਂ ਇਹ ਖਿਤਾਬ ਜਿਹੜਾ ਹੈਗਾ ਜਾਂ ਮੈਂਬਰਸ਼ਿਪ ਹੈਗੀ ਹੈ, ਇਹ ਲਗਾਤਾਰ ਫਿਰ ਰੀਨਿਊਅਲ ਹੁੰਦੀ ਰਹਿੰਦੀ ਹੈਗੀ। ਸੋ ਇਸ ਦੇ ਕਰਕੇ ਸਾਡੇ ਜਿਹੜੇ ਸਟੂਡੈਂਟਸ ਹੈਗੇ ਹੈ, ਅਪਰੂਵਲ ਰੇਟ ਔਰ ਜਿਹੜਾ ਸਾਡੇ ਤੇ ਉਹਨਾਂ ਦਾ ਟਰਸਟ ਫੈਕਟਰ ਹੈਗਾ, ਉਹ ਲਗਾਤਾਰ ਇੱਕ ਬਹੁਤ ਟਾਈਮ ਤੋਂ ਬਣਿਆ ਹੋਇਆ। ਪਲੱਸ ਆਈ ਐਮ ਅ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ, ਜੋ ਤੁਸੀਂ ਬਿਲਕੁਲ ਠੀਕ ਕਿਹਾ। ਸੋ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਲਾਈਕ ਆਈ ਐਮ ਫਰੋਮ 2015 ਤੋਂ ਮੈਂ ਇਹ ਆਪਣਾ ਲਾਇਸੈਂਸ ਹਾਸਿਲ ਕੀਤਾ ਸੀਗਾ। ਤੇ ਇਹਦੇ ਨਾਲ ਮਤਲਬ ਕਿ ਕਾਫੀ ਫਾਇਦੇ ਜੁੜੇ ਹੁੰਦੇ ਹੈਗੇ। ਬਿਕੋਜ਼ ਇੱਕ ਸਟੂਡੈਂਟ ਦਾ ਵੀਜ਼ਾ ਅਪਲਾਈ ਕਰਨ ਲਈ ਆਫਸ਼ੋਰ ਦੇ ਵਿੱਚ ਲਾਈਕ ਤੁਸੀਂ ਅਪਲਾਈ ਕਰ ਸਕਦੇ ਹੈਗੇ ਵਿਦਆਊਟ ਲਾਇਸੈਂਸ। ਬਟ ਉਸ ਤੋਂ ਇਲਾਵਾ ਅਗਰ ਕੋਈ ਹੋਰ ਵੀਜ਼ਾ ਜਿਹੜਾ ਹੈਗਾ ਅਪਲਾਈ ਕਰਨਾ ਹੈਗਾ, ਸੋ ਉਹਦੇ ਲਈ ਤੁਹਾਨੂੰ ਇੱਕ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਹੀ ਲਾਈਕ ਰਿਪਰੈਜ਼ੈਂਟ ਕਰ ਸਕਦਾ ਹੈਗਾ। ਮੋਸਟਲੀ ਇਹ ਚੀਜ਼ ਜਿਹੜੀ ਹੈਗੀ ਹੈ ਕਲਾਇੰਟਸ ਨੂੰ ਜ਼ਿਆਦਾਤਰ ਪਤਾ ਨਹੀਂ ਹੁੰਦੀ ਹੈਗੀ, ਠੀਕ ਹੈ। ਸੋ ਇਸ ਕਰਕੇ ਉਹ ਫਿਰ ਕਿਸੇ ਨਾ ਕਿਸੇ ਕੋਲ ਇੱਦਾਂ ਹੀ ਮਤਲਬ ਕਿ ਇੱਕ ਅਨਲਾਇਸੈਂਸ ਬੰਦੇ ਕੋਲ ਫਸ ਜਾਂਦੇ ਹੈਗੇ ਆ। ਉਹ ਜ਼ਿਆਦਾਤਰ ਕਰਦੇ ਕੀ ਹੈਗੇ ਨਾ, ਉਹ ਫਿਰ ਕਲਾਇੰਟ ਦੇ ਨਾਮ 'ਤੇ ਹੀ ਫਾਈਲ ਲਗਾ ਦਿੰਦੇ ਹੈਗੇ ਆ। ਅਤੇ ਫਿਰ ਕੱਲ੍ਹ ਕੋਈ ਉਹਨਾਂ ਨੂੰ ਕੋਈ ਜਵਾਬ ਤਲਬੀ ਹੁੰਦੀ ਹੈਗੀ ਹੈ, ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਪੈਂਦੀ ਹੈਗੀ ਹੈ, ਤਾਂ ਉਹਦੇ ਵਿੱਚ ਇੱਕ ਫਿਰ ਪ੍ਰੋਫੈਸ਼ਨਲ ਟੱਚ ਨਹੀਂ ਹੁੰਦਾ ਹੈਗਾ। ਅਸੀਂ ਉਸ ਚੀਜ਼ ਲਈ ਟ੍ਰੇਨਡ ਵੀ ਹੈਗੇ, ਲਾਇਸੈਂਸਡ ਵੀ ਹੈਗੇ ਐਜ਼ ਅ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ। ਅਤੇ ਜਦੋਂ ਸਾਡੀ ਇੱਕ ਕਮਿਊਨੀਕੇਸ਼ਨ ਚੱਲਦੀ ਹੈਗੀ ਹੈ ਇਮੀਗ੍ਰੇਸ਼ਨ ਆਫਿਸਰ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ, ਤਾਂ ਇੱਕ ਪ੍ਰੋਪਰ ਵੇ ਨਾਲ ਚੱਲਦੀ ਹੈਗੀ ਹੈ। ਅਸੀਂ ਇੱਕ ਪ੍ਰੋਪਰ ਚੈੱਕਲਿਸਟ ਫੋਲੋ ਕਰਦੇ ਹੈਗੇ ਆ ਤਾਂ ਕਿ ਕਲਾਇੰਟ ਜਿਹੜਾ ਹੈਗਾ ਇੰਨੇ ਸਾਡੇ ਕੋਲ ਭਰੋਸੇ ਨਾਲ ਆਇਆ ਹੈਗਾ, ਅਤੇ ਉਹਦੀ ਜਿਹੜੀ ਫਾਈਲ ਦੀ ਸਬਮਿਸ਼ਨ ਹੈਗੀ ਹੈ
ਉਹ ਇੱਕ ਬਹੁਤ ਹੀ ਅੱਛੇ ਲੈਵਲ ਤੇ ਪਹਿਲੀ ਵਾਰ 'ਚ ਹੀ ਹੋ ਜਾਵੇ, ਤਾਂ ਕਿ ਕੋਈ ਇਮੀਗ੍ਰੇਸ਼ਨ ਆਫਿਸਰ ਨੂੰ ਡਾਊਟ ਨਾ ਰਹੇ ਜਦੋਂ ਉਹਨੇ ਉਹਦਾ ਫਾਈਨਲ ਡਿਸੀਜਨ ਕਰਨਾ ਹੁੰਦਾ ਹੈਗਾ। ਸੋ ਇਹ ਚੀਜ਼ ਦਾ ਜਿਹੜਾ ਹੈਗਾ ਬੇਸਿਕ ਇੱਕ ਜਿਹੜਾ ਫਾਇਦਾ ਹੈਗਾ, ਇਹ ਸਾਡੇ ਦਰਸ਼ਕਾਂ ਨੂੰ ਜਿਹੜੀ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈਗਾ। ਤੇ ਸਾਡਾ ਫਿਰ ਉਸੇ ਕਰਕੇ ਜਿਹੜਾ ਖਾਸ ਕਰਕੇ ਜਿਹੜੇ ਫੈਮਿਲੀ ਕੇਸਿਸ ਹੁੰਦੇ ਹੈਗੇ ਆ, ਤਾਂ ਉਹਦੇ ਵਿੱਚ ਮਤਲਬ ਕਿ ਸਟੂਡੈਂਟ ਪਲੱਸ ਸਪਾਊਸ ਹੋ ਗਿਆ, ਫਿਰ ਉਹਦੇ ਅੱਗੇ ਆਪਣੇ ਮਤਲਬ ਕਿ ਅਗਰ ਬੱਚੇ ਹੈਗੇ ਆ, ਤਾਂ ਉਹ ਫਿਰ ਸਾਡੇ ਕੋਲ ਹੀ ਇਸ ਤਰ੍ਹਾਂ ਦੇ ਕੇਸਿਸ ਜਿਹੜੇ ਹੈਗੇ ਆ ਬਹੁਤ ਸਾਰੇ ਆਉਂਦੇ ਹੈਗੇ ਆ, ਕਿਉਂਕਿ ਉਹਨਾਂ ਨੂੰ ਇੱਕ ਵਨ ਸਟਾਪ ਸ਼ਾਪ ਤੁਸੀਂ ਕਹਿ ਲਓ, ਤੇ ਇੱਕੋ ਥਾਂ ਤੇ ਉਹਨਾਂ ਨੂੰ ਸਟੂਡੈਂਟ ਵੀਜ਼ੇ ਦਾ ਇੱਕ ਭਰੋਸੇਮੰਦ ਨਾਮ, ਬਿਕੋਜ਼ ਵੀ ਆਰ ਆਲਰੇਡੀ ਐਨਜ਼ਰਾ ਮੈਂਬਰਸ, ਔਰ ਇੱਕ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਹੋਣ ਦਾ ਫਾਇਦਾ, ਉਹਨਾਂ ਨੂੰ ਦੋਨੋਂ ਚੀਜ਼ਾਂ ਦਾ ਫਾਇਦਾ ਮਤਲਬ ਕਿ ਇੱਕੋ ਥਾਂ ਤੇ ਮਿਲ ਜਾਂਦਾ ਹੈਗਾ। ਸਟੂਡੈਂਟ ਦਾ ਵੀ ਕੇਸ ਲੱਗ ਜਾਂਦਾ ਹੈਗਾ, ਤੇ ਬਾਅਦ 'ਚ ਉਹਦੀ ਜਿਹੜੀ ਫੈਮਿਲੀ ਦਾ ਨਾਲ ਕੇਸ ਲੱਗਣਾ ਹੈਗਾ, ਉਹ ਵੀ ਮੇਰੇ ਅੰਡਰ ਮਤਲਬ ਕਿ ਮੇਰੀ ਰਿਪਰੈਜ਼ੈਂਟੇਸ਼ਨ ਦੇ ਨਾਲ ਹੀ ਲੱਗਦਾ ਹੈਗਾ। ਜੀ ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਹੈਗਾ, ਜਿਵੇਂ ਸਰ ਨੇ ਦੱਸ ਹੀ ਦਿੱਤਾ ਕਿ ਕੀ ਬੈਨੀਫਿਟ ਸਾਡੇ ਕਲਾਇੰਟਸ ਨੂੰ ਪਹੁੰਚਣਗੇ। ਕਿਉਂਕਿ ਇੱਕ ਚੀਜ਼ ਇਹ ਵੀ ਹੋ ਜਾਂਦੀ ਹੈ ਕਿ ਜਦੋਂ ਅਸੀਂ ਮੈਂ ਜਿਵੇਂ ਸ਼ੁਰੂਆਤ ਕੀਤੀ, ਕਿਉਂਕਿ ਜਦੋਂ ਅਸੀਂ ਐਕਸਪਰਟ ਨੂੰ ਚੁਣਨਾ ਹੁੰਦਾ, ਇੱਕ ਆਪਣੇ ਕੰਸਲਟੈਂਟ ਨੂੰ ਚੁਣਨਾ ਹੁੰਦਾ, ਉਹ ਪਹਿਲੇ ਪੜਾਅ ਹੁੰਦਾ ਕਿ ਅਸੀਂ ਬਾਹਰ ਜਾਣਾ ਹੈਗਾ। ਕਈ ਵਾਰੀ ਸਾਡਾ ਪ੍ਰੋਫਾਈਲ ਬਹੁਤ ਵਧੀਆ, ਪਰ ਅਸੀਂ ਕੰਸਲਟੈਂਟ ਸਹੀ ਚੂਜ਼ ਨਹੀਂ ਕਰਦੇ, ਕੰਪਨੀ ਸਹੀ ਚੂਜ਼ ਨਹੀਂ ਕਰਦੇ, ਭਰੋਸੇਮੰਦ ਨਹੀਂ ਹੁੰਦੀ, ਫਿਰ ਟਾਈਮ, ਪੈਸਾ, ਫਿਊਚਰ ਸਭ ਸਾਡਾ ਖਰਾਬ ਹੁੰਦਾ। ਤੇ ਤੁਸੀਂ ਪੂਰਾ ਭਰੋਸਾ ਇਹਨਾਂ ਤੇ ਕਰ ਸਕਦੇ ਹੋ, ਕਿਉਂਕਿ 2 ਐਡੇ ਵੱਡੇ ਖਿਤਾਬ ਮਿਲਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਕਿਸੇ ਕੰਪਨੀ ਨੂੰ। ਤੇ ਬਾਕੀ ਹੁਣ 2 ਦਹਾਕੇ ਹੋ ਗਏ ਨੇ, ਉਹ ਵੀ ਬਹੁਤ ਵੱਡੀ ਗੱਲ ਹੈਗੀ ਆ। ਸੋ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਚਾਰਮਸ ਐਜੂਕੇਸ਼ਨ ਤੁਹਾਡਾ ਵੈਲਕਮ ਕਰਦਾ ਹੈਗਾ ਆ। ਜਿਵੇਂ ਸਰ ਨੇ ਕਿਹਾ ਕਿ ਇੱਕ ਹੀ ਸ਼ਾਪ ਹੈਗੀ ਆ ਜਿੱਥੇ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ, ਰਾਈਟ। ਸੋ ਸਰ, ਨਿਊਜ਼ੀਲੈਂਡ ਦੀ ਮੈਂ ਗੱਲ ਕਰਨਾ ਚਾਹਾਂਗੀ, ਕਿਉਂਕਿ ਨਿਊਜ਼ੀਲੈਂਡ ਇਨੀ ਦਿਨੀ ਫਿਰ ਤੋਂ ਕਾਫੀ ਜ਼ਿਆਦਾ ਪ੍ਰਮੋਟ ਹੋਣ ਲੱਗ ਪਿਆ। ਪਰ ਜਦੋਂ ਮੈਂ ਚਾਰਮਸ ਐਜੂਕੇਸ਼ਨ ਦੀ ਗੱਲ ਕਰਦੀ ਹਾਂ, ਚਲੋ ਠੀਕ ਹੈ, ਇੱਕ ਫਰੈਸ਼ ਪਾਸ ਆਊਟ ਹੈ, ਵਧੀਆ ਨੰਬਰ ਆ ਗਏ ਨੇ, ਉਹਨਾਂ ਦਾ ਵੀਜ਼ਾ ਕਿਤੇ ਨਾ ਕਿਤੇ ਉਹ ਬੱਚਿਆਂ ਨੂੰ ਵੀ ਪਤਾ ਹੁੰਦਾ, ਕਿਤੇ ਨਾ ਕਿਤੇ ਕੰਪਨੀ ਨੂੰ ਵੀ ਪਤਾ ਹੁੰਦਾ, ਅਸੀਂ ਈਜ਼ਲੀ ਲੈ ਲਾਂਗੇ। ਪਰ ਗੱਲ ਨਾ ਉਹਨਾਂ ਦੀ ਆਉਂਦੀ ਹੈ ਜਿਨ੍ਹਾਂ ਦੀ ਪ੍ਰੋਫਾਈਲ ਥੋੜੀ ਜਿਹੀ ਵੀਕ ਹੋ ਜਾਂਦੀ ਹੈ। ਉਹਨਾਂ 'ਚ ਮੈਂ ਦੇਖਿਆ ਕਿ ਚਾਰਮਸ ਐਜੂਕੇਸ਼ਨ ਐਕਸਪਰਟ ਹੈਗਾ, ਲਾਈਕ ਰਿਫਿਊਜ਼ਲ ਵਾਲੇ ਕੇਸਿਸ ਦੀ ਗੱਲ ਕਰੀਏ, ਗੈਪ ਵਾਲੇ ਕੇਸਿਸ ਦੀ ਗੱਲ ਕਰੀਏ, ਹੈ ਨਾ। ਤੇ ਇਸ ਬਾਰੇ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਕਿ ਨਿਊਜ਼ੀਲੈਂਡ ਦੀ ਜੇਕਰ ਮੈਂ ਗੱਲ ਕਰਾਂ, ਬੱਚੇ ਨੇ ਜੇਕਰ ਅਪਲਾਈ ਕਰਨਾ ਹੈ, ਪਹਿਲਾਂ ਤਾਂ ਰਿਫਿਊਜ਼ਲ ਤੇ ਆ ਜਾਂਦੇ ਆ, ਹੈ ਨਾ। ਬੱਚਾ ਜੇ 1 ਵਾਰ 2 ਵਾਰ 4 ਵਾਰ ਰਿਫਿਊਜ਼ ਹੈਗਾ, ਕਿ ਉਹਦਾ ਵੀਜ਼ਾ ਲੱਗੇਗਾ ਨਿਊਜ਼ੀਲੈਂਡ ਦਾ? ਬਿਲਕੁਲ ਜੀ। ਪਹਿਲਾਂ ਤਾਂ ਜਿਹੜਾ ਕਿਸੇ ਦਾ ਅਗਰ ਕੋਈ ਰਿਫਿਊਜ਼ਲ ਆਇਆ ਹੋਇਆ ਹੈ, ਤਾਂ ਤੁਹਾਨੂੰ ਇਸ ਤਰ੍ਹਾਂ ਕੋਈ ਬਹੁਤ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈਗੀ ਕਿ ਜੀ ਮੇਰਾ ਰਿਫਿਊਜ਼ਲ ਹੋ ਗਿਆ ਤਾਂ ਮੇਰੇ ਲਈ ਦੁਨੀਆ ਖੜ ਗਈ ਹੈਗੀ ਹੈ, ਠੀਕ ਹੈ। ਸੋ ਚਾਰਮਸ ਐਜੂਕੇਸ਼ਨ, ਚਾਹੇ ਉਹ ਨਿਊਜ਼ੀਲੈਂਡ ਦਾ ਹੋਵੇ, ਚਾਹੇ ਹੋਰ ਜਿੰਨੀਆਂ ਵੀ ਕੰਟਰੀਜ਼ ਹੈਗੀਆਂ, ਸਾਰਿਆਂ ਦੇ ਵਿੱਚ ਅਸੀਂ ਜਿਹੜੇ ਰਿਫਿਊਜ਼ਲ ਕਲਾਇੰਟਸ ਹੈਗੇ ਆ, ਠੀਕ ਹੈ ਨਾ, ਉਹਨਾਂ ਦਾ ਅਸੀਂ ਸੋਲੂਸ਼ਨ ਉਹਨਾਂ ਨੂੰ ਦਿੱਤਾ ਹੈਗਾ। ਅਸੀਂ ਚਾਰਮਸ ਐਜੂਕੇਸ਼ਨ ਇੱਕ ਫੈਕਟਸ ਤੇ ਚੱਲਦੇ ਹੈਗੇ ਅਸੀਂ। ਸੋ ਬੇਸਿਕਲੀ ਅਗਰ ਤਾਂ ਸਾਡੇ ਕੋਲ ਤੁਸੀਂ ਬਿਲਕੁਲ ਫਰੈਸ਼ ਮਤਲਬ ਕਿ ਕੇਸ ਲੈ ਕੇ ਆਉਂਦੇ ਹੈਗੇ ਹੋ, ਜਿਸ ਤਰ੍ਹਾਂ ਤੁਸੀਂ ਅੱਜ ਤੱਕ ਅਪਲਾਈ ਨਹੀਂ ਕੀਤਾ ਹੋਇਆ, ਤਾਂ ਸਾਡਾ ਪਹਿਲਾ ਫਰਜ਼ ਹੁੰਦਾ ਕਿ ਤੁਹਾਡੀ ਅਸੀਂ ਬਿਲਕੁਲ ਪ੍ਰੋਪਰਲੀ ਅਸੀਂ ਤੁਹਾਡੀ ਅਸੈਸਮੈਂਟ ਕਰੀਏ। ਫਿਰ ਅਸੀਂ ਤੁਹਾਨੂੰ ਉਹਦੇ ਮੁਤਾਬਿਕ ਤੁਹਾਡੀ ਅਸੈਸਮੈਂਟ ਹੁੰਦੀ ਹੈਗੀ ਹੈ ਤੁਹਾਡੇ ਐਕੈਡੈਮਿਕਸ ਨੂੰ ਲੈ ਕੇ, ਔਰ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਹੈਗੀ ਹੈ ਕਿ ਤੁਹਾਡੇ ਕੋਲ ਫੰਡਸ ਕਿੰਨੇ ਅਵੇਲੇਬਲ ਹੈਗੇ, ਔਰ ਉਹ ਤੁਹਾਡਾ ਭਵਿੱਖ ਜਿਹੜਾ ਹੈਗਾ ਉਹ ਕਿਹੜੇ ਕੋਰਸ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਬੈਸਟ ਰਹੇਗਾ, ਕਿ ਤੁਹਾਨੂੰ ਕੱਲ ਉੱਥੇ ਕੋਈ ਆਪਣਾ ਬਾਹਰ ਸੈਟਲ ਡਾਊਨ ਹੋਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਬੇਸਿਕਲੀ ਤੁਹਾਡੀ ਸਟੱਡੀ ਵੀ ਪੂਰੀ ਹੋਵੇ, ਪਲੱਸ ਤੁਹਾਨੂੰ ਫਿਰ ਬਾਅਦ 'ਚੋਂ ਇੱਕ ਸਕਸੈਸਫੁਲੀ ਤੁਹਾਨੂੰ ਇੱਕ ਉੱਥੇ ਆਪਣਾ ਸਟੂਡੈਂਟ ਵਾਲਾ ਜਿਹੜਾ ਆਪਣੇ ਟਾਈਮ ਹੁੰਦਾ ਹੈ ਵਰਕ ਦਾ, ਉਹ ਤੁਹਾਨੂੰ ਪ੍ਰੋਪਰ ਮਿਲਣਾ ਚਾਹੀਦਾ ਹੈਗਾ। ਔਰ ਉਸ ਤੋਂ ਬਾਅਦ ਜਦੋਂ ਤੁਸੀਂ ਆਪਣਾ PR ਫਾਈਲ ਕਰਨਾ ਹੈਗਾ, ਤਾਂ ਉਹਦੇ ਲਈ ਤੁਹਾਡੇ ਪੁਆਇੰਟਸ ਵੀ ਪੂਰੇ ਹੋਣੇ ਚਾਹੀਦੇ ਹੈਗੇ। ਸੋ ਇਹ ਸਾਰੀ ਚੀਜ਼ਾਂ ਨੂੰ ਧਿਆਨ ਰੱਖ ਕੇ ਅਸੀਂ ਤੁਹਾਡੀ ਅਸੈਸਮੈਂਟ ਕਰਦੇ ਹੈਗੇ। ਹੁਣ ਆਉਂਦੀ ਹੈ ਗੱਲ ਜਿਹੜੇ ਰਿਫਿਊਜ਼ਲ ਕੇਸਿਸ ਹੈਗੇ। ਰਿਫਿਊਜ਼ਲ ਕੇਸਿਸ ਹੁਣ ਮਤਲਬ ਕਿ ਜਦੋਂ ਕੋਈ ਸਟੂਡੈਂਟਸ ਜਾਂ ਈਵਨ ਸਪਾਊਸ ਵੀਜ਼ਾਸ ਜਿਹੜੇ ਹੈਗੇ ਆ, ਉਹ ਕਈ ਵਾਰੀ ਕੋਈ ਗਲਤ ਥਾਂ 'ਤੇ ਫਸ ਕੇ, ਤਾਂ ਉਹਨਾਂ ਨੂੰ ਪ੍ਰੋਪਰ ਗਾਈਡ ਨਹੀਂ ਕੀਤਾ ਜਾਂਦਾ ਹੈਗਾ, ਉਹਨਾਂ ਦੀ ਪ੍ਰੋਪਰ ਅਸੈਸਮੈਂਟ ਨਹੀਂ ਕੀਤੀ ਜਾਂਦੀ ਹੈਗੀ। ਉਹ ਬਹੁਤ ਸਾਰੇ ਇਹਦੇ ਕਾਰਨ ਹੈਗੇ ਕਿ ਜਦੋਂ ਤੁਹਾਡੀ ਇੱਕ ਸ਼ੁਰੂ ਤੋਂ ਹੀ ਚੀਜ਼ ਜਿਹੜੀ ਹੈਗੀ ਆ ਥੋੜ੍ਹੀ ਜਿਹੀ ਖਰਾਬ ਹੋਣੀ ਸ਼ੁਰੂ ਹੋ ਜਾਏ, ਇਹ ਕਾਰਨਾਂ ਦੇ ਕਰਕੇ, ਠੀਕ ਹੈ, ਤਾਂ ਫਿਰ ਉਹ ਐਂਡ ਰਿਜ਼ਲਟ ਜਿਹੜਾ ਹੈਗਾ ਉਹ ਰਿਫਿਊਜ਼ਲ ਆ ਜਾਂਦਾ ਹੈਗਾ। ਬਟ ਚਾਰਮਸ ਐਜੂਕੇਸ਼ਨ ਦੇ ਕੋਲ ਤੁਸੀਂ ਆ ਕੇ ਆਪਣਾ ਜਿਹੜੀ ਹੈਗੀ ਹੈ ਫ੍ਰੀ ਦੇ ਵਿੱਚ ਅਸੈਸਮੈਂਟ ਕਰਾ ਸਕਦੇ ਹੈਗੇ ਹੋ। ਅਸੀਂ ਤੁਹਾਨੂੰ ਐਗਜ਼ੈਕਟਲੀ ਦੱਸਾਂਗੇ ਕਿ ਵੀ ਤੁਹਾਡੀ ਜਿਹੜੀ ਇਹ ਹੈਗੀ ਹੈ ਪਿਛਲੇ ਕੇਸ ਦੇ ਵਿੱਚ ਤੁਹਾਡੀ ਕਮਜ਼ੋਰੀ ਕਿੱਥੇ ਰਹੀ ਹੈਗੀ ਹੈ। ਸੋ ਉਹ ਚੀਜ਼ ਨੂੰ ਅਸੀਂ ਤੁਹਾਨੂੰ ਐਕਸਪਲੇਨ ਕਰਾਂਗੇ, ਔਰ ਤੁਹਾਡੇ ਨਾਲ ਹੀ ਅਸੀਂ ਗੱਲਬਾਤ ਕਰਕੇ ਤੁਹਾਡੇ ਤੋਂ ਹੀ ਅਸੀਂ ਇਨਫੋਰਮੇਸ਼ਨ ਕਢਾਵਾਂਗੇ ਕਿ ਸਹੀ ਚੀਜ਼ ਕਿਆ ਸੀਗੀ, ਔਰ ਉਹੀ ਚੀਜ਼ ਅਸੀਂ ਫਿਰ ਉਹਨੂੰ ਇਮੀਗ੍ਰੇਸ਼ਨ ਆਫਿਸਰ ਜਾਂ ਤੁਸੀਂ ਕਹਿ ਲਓ ਕਿ ਐਮਬੈਸੀ ਦੇ ਸਾਹਮਣੇ ਅਸੀਂ ਉਸ ਚੀਜ਼ ਨੂੰ ਪੇਸ਼ ਕਰਾਂਗੇ ਵਿਦ ਫੈਕਟਸ, ਕਿ ਵੀ ਆਹ ਚੀਜ਼ ਤੁਹਾਡੀ ਜਿਹੜੀ ਕਮੀ ਪੇਸ਼ੀ ਹੈਗੀ ਅਸੀਂ ਆਹ ਤੁਹਾਡੇ ਸਾਹਮਣੇ ਰੱਖਦੇ ਹੈਗੇ, ਆਹ ਤੁਹਾਡੀ ਇਨਫੋਰਮੇਸ਼ਨ ਮਿਸਿੰਗ ਸੀਗੀ, ਇਹ ਅਸੀਂ ਪ੍ਰੋਵਾਈਡ ਕਰਦੇ ਹੈਗੇ ਹਾਂ। ਔਰ ਇੱਕ ਬਹੁਤ ਹੀ ਅੱਛੀ ਜਿਹੜੀ ਇੱਕ
ਐਕਸਪਲੈਨੇਟਰੀ ਲੈਟਰ ਹੁੰਦੀ ਹੈ ਜਿਹਨੂੰ ਅਸੀਂ ਕਵਰਿੰਗ ਲੈਟਰ ਕਹਿੰਦੇ ਹਾਂ, ਜਾਂ ਐਜ਼ ਅ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਇੱਕ ਮੇਰੀ ਪੂਰੀ ਉਹਦੇ ਵਿੱਚ ਇੱਕ ਲਾਈਕ ਰਿਪੋਰਟ ਜਾਂਦੀ ਹੈਗੀ ਹੈ ਕਿ ਵੀ ਇਹਦੇ ਵਿੱਚ ਕਿਆ ਕਮੀ ਪੇਸ਼ੀ ਹੈਗੀ ਹੈ ਜਾਂ ਸੀ ਪਹਿਲਾਂ, ਔਰ ਉਹਨੂੰ ਅਸੀਂ ਤੁਹਾਡਾ ਬਿਲਕੁਲ ਕਵਰ ਅਪ ਕਰਦੇ ਹੋਏ ਅਸੀਂ ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਕਰਨੀ ਹੈਗੀ ਹੈ ਉਹ ਇੱਕ ਪ੍ਰੋਪਰ ਵੇ ਨਾਲ ਕਰਕੇ ਤੇ ਤੁਹਾਨੂੰ ਅਸੀਂ ਵੀਜ਼ਾ ਦੇ ਵੱਲ ਲੈ ਕੇ ਜਾਣਾ ਹੈਗਾ। ਹੁਣ ਬਹੁਤ ਸਾਰੇ ਰਿਫਿਊਜ਼ਲ ਕੇਸਿਸ ਜਿਹੜੇ ਹੈਗੇ ਅਸੀਂ ਦੇਖਦੇ ਹੈਗੇ ਆ, ਜ਼ਿਆਦਾਤਰ ਮਤਲਬ ਕਿ ਜਿਹੜੇ ਖਾਸ ਕਰਕੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਪ੍ਰੋਪਰ ਉੱਥੇ ਇੰਟਰਵਿਊ ਦੀ ਤਿਆਰੀ ਨਹੀਂ ਕਰਾਈ ਜਾਂਦੀ, ਜਾਂ ਉਹਨਾਂ ਦਾ ਕੋਈ ਜਿਸ ਤਰ੍ਹਾਂ ਫਾਈਨੈਂਸ਼ੀਅਲ ਡਾਕੂਮੈਂਟ ਹੈਗਾ ਉਹ ਮਿਸਿੰਗ ਹੋ ਜਾਂਦਾ ਹੈਗਾ, ਉਹਦੇ ਕਰਕੇ ਉਹਨਾਂ ਨੂੰ ਉਹ ਵੀਜ਼ਾ ਨਹੀਂ ਮਿਲਦਾ ਹੈਗਾ। ਇਨਕਮ ਟੈਕਸ ਰਿਟਰਨ ਜਿਹੜੀਆਂ ਉਹਨਾਂ ਦੀ ਹੈਗੀਆਂ ਉਹ ਪ੍ਰੋਪਰਲੀ ਉੱਥੇ ਮਤਲਬ ਕਿ ਚੈੱਕ ਨਹੀਂ ਕੀਤੀਆਂ ਗਈਆਂ, ਕਿਉਂਕਿ ਤੁਹਾਡੇ ਅਕਾਊਂਟ ਦੇ ਵਿੱਚ ਬਹੁਤ ਵੱਡੀ ਵੱਡੀ ਐਂਟਰੀ ਸੀਗੀਆਂ। ਵੀਜ਼ਾ ਅਫਸਰ ਨੇ ਦੇਖਿਆ ਕਿ ਇਹ ਤਾਂ ਅਕਾਊਂਟ ਦੇ ਵਿੱਚ ਇਕੱਠੀਆਂ 5-5 10-10 ਲੱਖ ਦੀਆਂ ਐਂਟਰੀਆਂ ਹੈਗੀਆਂ, ਅਤੇ ਜਿਹੜਾ ਇਨਕਮ ਟੈਕਸ ਹੈਗੀ ਹੈ ਤੁਹਾਡੀ ਹੈਗੀ ਹੈ ਰਿਟਰਨ ਤੁਹਾਡੀ ਹੈਗੀ 5 ਲੱਖ ਦੀ ਜਾਂ 6 ਲੱਖ ਦੀ, ਅਤੇ 10-10 ਲੱਖ ਦੀ ਤੁਹਾਡੀ ਐਂਟਰੀਆਂ ਹੋਈਆਂ ਹੋਈਆਂ। ਹੁਣ ਤੁਹਾਨੂੰ ਜਿਹੜਾ ਵੀਜ਼ਾ ਅਫਸਰ ਹੈਗਾ ਉਹ ਹੁਣ ਤੁਸੀਂ ਤਾਂ ਪੇਸ਼ ਤਾਂ ਕਰਤਾ ਕੇਸ ਉੱਤੇ, ਲੇਕਿਨ ਉਹਦੀ ਐਕਸਪਲੇਨੇਸ਼ਨ ਨਹੀਂ ਦਿੱਤੀ। ਹੋ ਸਕਦਾ ਹੈ ਕਿ ਤੁਸੀਂ ਇੱਕ ਕਿਸਾਨ ਫੈਮਿਲੀ ਤੋਂ ਹੈਗੇ ਹੋ, ਤੁਹਾਨੂੰ ਰੈਗੂਲਰ ਇਨਕਮ ਜਿਹੜੀ ਹੈਗੀ ਹੈ ਜੇ ਫਾਰਮਸ ਤੁਹਾਡੇ ਜਿਹੜੇ ਹੈਗੇ ਆ ਉਹ ਬਿਲਕੁਲ ਉਹਦੇ ਤੋਂ ਤੁਹਾਨੂੰ ਪੈਸੇ ਉਹਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਬਿਲਕੁਲ ਲੀਗਲੀ ਆ ਰਹੇ ਸੀਗੇ, ਲੇਕਿਨ ਐਕਸਪਲੇਨੇਸ਼ਨ ਨਹੀਂ ਦਿੱਤੀ, ਉਹ ਭੁੱਲ ਗਏ ਦੇਣਾ, ਜਾਂ ਬਸ ਅਣਗਹਿਲੀ ਕਰਤੀ ਜੀ ਕਿ ਉਹਨੂੰ ਜ਼ਿਆਦਾ ਇੰਪੋਰਟੈਂਟ ਨਹੀਂ ਸਮਝਿਆ। ਸੋ ਇਸ ਕਰਕੇ ਉਹ ਚੀਜ਼ ਜਿਹੜੀ ਹੈਗੀ ਹੈ ਉਹ ਤੁਹਾਡਾ ਰਿਫਿਊਜ਼ਲ ਦਾ ਕਾਰਨ ਬਣ ਸਕਦੀ ਹੈਗੀ, ਫਾਈਨੈਂਸ਼ੀਅਲ ਦੇ ਕਰਕੇ ਕਾਰਨ ਬਣ ਸਕਦੀ ਹੈ ਕਿ ਉਹ ਡਾਕੂਮੈਂਟ ਮਿਸਿੰਗ ਹੋ ਗਿਆ, ਤੁਹਾਡੀ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਲਈ ਤੁਹਾਡੇ ਡਿਟੇਲ ਨਹੀਂ ਦਿੱਤੇ ਗਏ, ਕਿਉਂਕਿ ਨਿਊਜ਼ੀਲੈਂਡ ਐਮਬੈਸੀ ਜਿਹੜੀ ਹੈਗੀ ਹੈ ਬੜੀ ਪਰਟੀਕੂਲਰ ਹੈਗੀ ਹੈ। ਇੰਟਰਵਿਊ ਦੇ ਕਰਕੇ ਤੁਸੀਂ ਰਿਫਿਊਜ਼ਲ ਆ ਜਾਂਦਾ ਤੁਹਾਡਾ, ਕਿ ਤੁਸੀਂ ਇੰਟਰਵਿਊ ਦੀ ਜਿਹੜੀ ਤਿਆਰੀ ਹੈਗੀ ਤੁਹਾਡੀ ਕਰਵਾਈ ਨਹੀਂ, ਤੁਹਾਨੂੰ ਜਿਹੜੇ ਤੁਹਾਡੇ ਰਿਲੇਟਡ ਜਿਹੜੇ ਕੁਐਸਚਨ ਸੀਗੇ ਉਹ ਤੁਹਾਨੂੰ ਤੁਹਾਡੇ ਏਜੰਟ ਨੇ ਦੱਸੇ ਹੀ ਨਹੀਂ ਹੈਗੇ। ਸੋ ਫਿਰ ਤੁਸੀਂ ਡਾਊਟ 'ਚ ਹੈਗੇ ਹੋ, ਅਤੇ ਸਡਨਲੀ ਜਦੋਂ ਵੀਜ਼ਾ ਅਫਸਰ ਦਾ ਫੋਨ ਆਉਂਦਾ, ਅੱਜ ਕੱਲ੍ਹ ਵੈਸੇ ਵੀ ਜਿਹੜੀ ਐਮਬੈਸੀ ਹੈਗੀ ਉਹ ਸਾਰੀ ਨਿਊਜ਼ੀਲੈਂਡ ਤੋਂ ਪ੍ਰੋਸੈਸਿੰਗ ਹੋ ਰਹੀ ਹੈਗੀ ਹੈ ਆਪਣਾ ਸਾਰੀ ਸਟੂਡੈਂਟ ਦੀ ਫਾਈਲਾਂ ਦੀ, ਤਾਂ ਉਧਰੋਂ ਤੁਹਾਨੂੰ ਸਵੇਰੇ ਸਵੇਰੇ ਫੋਨ ਆ ਜਾਂਦਾ ਹੈ। ਕਈ ਵਾਰੀ ਤਾਂ ਸਟੂਡੈਂਟ ਨੂੰ 8-8 ਵਜੇ ਵੀ ਫੋਨ ਆਇਆ, 7:30 ਵਜੇ ਵੀ ਫੋਨ ਆਇਆ, ਬਿਕੋਜ਼ ਨਿਊਜ਼ੀਲੈਂਡ ਦੇ ਟਾਈਮ ਦੇ ਹਿਸਾਬ ਨਾਲ ਉਹਨਾਂ ਦੀ ਆਲਮੋਸਟ ਸ਼ਾਮ ਹੋਣ ਵਾਲੀ ਹੁੰਦੀ ਹੈਗੀ, ਅਤੇ ਇੱਧਰੋਂ ਵੀਜ਼ਾ ਅਫਸਰ ਜਿਹੜੇ ਹੈਗੇ ਆ ਉਹ ਫੋਨ ਕਰ ਦਿੰਦੇ ਆ ਸਟੂਡੈਂਟ ਨੂੰ। ਤਾਂ ਵਿਚਾਰੇ ਕਈ ਸਟੂਡੈਂਟ ਜਿਹੜੇ ਹੈਗੇ ਉਹ ਸਵੇਰੇ ਸਵੇਰੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹਦਾ ਫੋਨ ਆ ਗਿਆ, ਲੇਕਿਨ ਉਹਨੇ ਚੱਕ ਲਿਆ ਤਾਂ ਫਿਰ ਤਾਂ ਉਹਨਾਂ ਨੂੰ ਜਵਾਬ ਦੇਣਾ ਹੀ ਪੈਣਾ। ਸੋ ਇਹ ਬਹੁਤ ਸਾਰੇ ਐਸੇ ਕਾਰਨ ਹੈਗੇ ਆ, ਪ੍ਰੈਕਟੀਕਲੀ ਜਿਹੜੇ ਸਟੂਡੈਂਟਸ ਨੂੰ ਸਮਝਾਏ ਨਹੀਂ ਜਾਂਦੇ ਹੈਗੇ। ਅਸੀਂ ਉਹਨਾਂ ਨੂੰ ਪ੍ਰੈਕਟੀਕਲ ਵੇ ਨਾਲ ਜਿਹੜਾ ਹੈਗਾ ਤਿਆਰ ਕਰਕੇ ਬਿਲਕੁਲ, ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਉਹਨਾਂ ਦੇ ਵਿੱਚ ਕੌਨਫੀਡੈਂਸ ਵੀ ਪੈਦਾ ਕਰਨਾ ਹੈਗਾ, ਤਾਂ ਉਹਨਾਂ ਨੂੰ ਮੋਟੀਵੇਸ਼ਨ ਕੌਨਫੀਡੈਂਸ ਇੱਕ ਸਹੀ ਤਰ੍ਹਾਂ ਇਨਫੋਰਮੇਸ਼ਨ ਦੇ ਕੇ ਅਸੀਂ ਉਹਨਾਂ ਨੂੰ ਬਿਲਕੁਲ ਰੈਡੀ ਕਰਦੇ ਹੈਗੇ ਹਾਂ। ਐਂਡ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈਗਾ ਕਿ ਜੇ ਅਗਰ ਉਹਨਾਂ ਦੀ ਕੋਈ ਕਮਜ਼ੋਰੀ ਹੈਗੀ ਜਾਂ ਕਮੀ ਪੇਸ਼ੀ ਹੈਗੀ ਹੈ, ਫਾਈਲ ਲਾਉਣ ਤੋਂ ਪਹਿਲਾਂ ਉਹ ਚੀਜ਼ ਪੱਕਾ 100% ਪੂਰੀ ਕੀਤੀ ਜਾਏਗੀ, ਕਿਉਂਕਿ ਨਹੀਂ ਤਾਂ ਤੁਸੀਂ ਅਗਰ ਇੱਕ ਵਾਰ ਫਾਈਲ ਲਗਾਤੀ ਤਾਂ ਫਿਰ ਅਸੈਸਮੈਂਟ ਦਾ ਉਹੀ ਜਿਹੜੇ ਤੁਸੀਂ ਡਾਕੂਮੈਂਟੇਸ਼ਨ ਦਿੱਤੀ ਹੈਗੀ ਉਹਦੇ ਬੇਸ ਤੇ ਹੀ ਹੋਣੀ ਹੈਗੀ। ਸੋ ਥੀਸ ਆਰ ਦ ਥਿੰਗਸ। ਮੈਂ ਇਹ ਕਹਿਣਾ ਚਾਹੂੰਗਾ ਕਿ ਇਹਦੇ 'ਚ ਹੋਰ ਵੀ ਬਹੁਤ ਸਾਰੀ ਚੀਜ਼ਾਂ ਜਿਹੜੀ ਕਿ ਆਪਾਂ ਇੱਕ ਸ਼ੋਅ ਦੇ ਵਿੱਚ ਨਹੀਂ ਕਵਰ ਕਰ ਸਕਦੇ, ਬਟ ਅਗਰ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਇੱਕ ਪ੍ਰੋਪਰ ਸਰਵਿਸ ਚਾਹੀਦੀ ਹੈ ਤਾਂ ਅਸੀਂ ਹਾਜ਼ਰ ਹੈਗੇ, ਚਾਰਮਸ ਐਜੂਕੇਸ਼ਨ ਹਾਜ਼ਰ। ਬਿਲਕੁਲ, ਲਾਈਕ ਤੁਸੀਂ ਹਮੇਸ਼ਾ ਸ਼ੋਅਜ਼ ਦੇ ਵਿੱਚ ਵੀ ਦੇਖਿਆ ਪੂਰੀ ਫੈਕਟ ਦੇ ਨਾਲ ਇਨਫੋਰਮੇਸ਼ਨ ਦਿੰਦੇ ਹੋ, ਹੈ ਨਾ, ਇੱਦਾਂ ਹੀ ਬੱਚਿਆਂ ਲਈ, ਕਿਉਂਕਿ ਬਹੁਤ ਸਾਰੀਆਂ ਗੱਲਾਂ ਤੁਸੀਂ ਦੱਸੀਆਂ ਹੈਗੀਆਂ, ਕਈ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਗੀਆਂ। ਜੇਕਰ ਉਹ ਜਾਂਦੇ ਨੇ ਕਿਸੇ ਕੰਪਨੀ ਦੇ ਥਰੂ, ਬਸ ਸਿੱਧਾ ਠੀਕ ਹੈ ਵੀਜ਼ਾ ਫਾਈਲ ਲਗਾ ਦਿੱਤੀ ਜਾਂਦੀ, ਬੱਚਿਆਂ ਨੂੰ ਕੁਝ ਨਹੀਂ ਪਤਾ ਹੁੰਦਾ। ਸੋ ਅੱਜ ਬਹੁਤ ਕੁਝ ਪਤਾ ਲੱਗਿਆ। ਅਸੈਸਮੈਂਟ ਪ੍ਰੋਪਰ ਤਰੀਕੇ ਦੇ ਨਾਲ ਤੁਹਾਡੀ ਕੀਤੀ ਜਾਂਦੀ ਹੈਗੀ ਆ। ਸੋ ਸਰ, ਮੈਂ ਹੁਣ ਸਵਾਲ ਪੁੱਛਾਂਗੀ ਨਿਊਜ਼ੀਲੈਂਡ ਨੂੰ ਲੈ ਕੇ। ਅਗਲਾ ਸਵਾਲ ਰਹੇਗਾ ਗੈਪ ਦੀ। ਜੇਕਰ ਮੈਂ ਗੱਲ ਕਰਾਂ, ਮੈਕਸ ਕਿੰਨਾ ਕੁ ਗੈਪ ਚੱਲਦਾ ਹੈਗਾ ਨਿਊਜ਼ੀਲੈਂਡ ਦੇ ਵਿੱਚ? ਬਿਲਕੁਲ ਠੀਕ ਹੈ। ਦੇਖੋ, ਗੈਪ ਦੀ ਡੈਫੀਨੇਸ਼ਨ ਨਿਊਜ਼ੀਲੈਂਡ ਦੇ ਵਿੱਚ ਐਸ ਸੱਚ ਕੋਈ ਨਹੀਂ ਹੈਗੀ ਕਿ ਜੀ ਤੁਹਾਡਾ ਅਗਰ 1 ਸਾਲ ਦਾ ਗੈਪ ਹੈਗਾ ਤਾਂ ਅਸੈਪਟੇਬਲ ਹੈਗੇ ਹੋ, 5 ਸਾਲ ਦਾ ਗੈਪ ਹੈਗਾ ਤਾਂ ਤੁਸੀਂ ਅਸੈਪਟੇਬਲ ਨਹੀਂ ਹੈਗੇ ਹੋ, ਇੱਦਾਂ ਦੀ ਕੋਈ ਡੈਫੀਨੇਸ਼ਨ ਨਹੀਂ ਹੈਗੀ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਨਿਊਜ਼ੀਲੈਂਡ ਦੇ ਵਿੱਚ ਹਮੇਸ਼ਾ ਅਸੀਂ ਫੈਕਟਸ ਤੇ ਚੱਲਦੇ ਹਾਂ। ਸਾਨੂੰ ਇਹੀ ਸਿਖਾਇਆ ਗਿਆ ਐਜ਼ ਅ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਕਿ ਵੀ ਤੁਸੀਂ ਫੈਕਟਸ ਤੇ ਚੱਲੋ, ਔਰ ਹਮੇਸ਼ਾ ਤੁਸੀਂ ਜਿਹੜਾ ਹੈਗਾ ਇੱਕ ਸੱਚੇ ਢੰਗ ਨਾਲ ਤੁਸੀਂ ਜਿਹੜਾ ਐਪਲੀਕੈਂਟ ਹੈਗਾ ਜਾਂ ਕਲਾਇੰਟ ਹੈਗਾ, ਸਟੂਡੈਂਟ ਹੈਗਾ, ਸਪਾਊਸ ਹੈਗਾ, ਕਿਸੇ ਦੀ ਵੀ ਫਾਈਲ ਲੱਗ ਰਹੀ ਹੈਗੀ, ਤੁਸੀਂ ਉਹਦੀ ਫਾਈਲ ਦੇ ਉੱਤੇ ਤੁਸੀਂ ਬਿਲਕੁਲ ਸਹੀ ਇਨਫੋਰਮੇਸ਼ਨ ਜਾਣਕਾਰੀ ਦੇਣੀ ਹੈ ਉਸ ਕਲਾਇੰਟ ਦੇ ਬਾਰੇ। ਠੀਕ ਹੈ। ਹੁਣ ਬਹੁਤ ਸਾਰੇ ਜਿਹੜੇ ਸਟੂਡੈਂਟਸ ਹੈਗੇ ਆ ਇਹਦੇ ਵਿੱਚ ਕੀ ਕਰਦੇ ਹੈਗੇ, ਅਗਰ ਉਹਨਾਂ ਦੇ ਉਹ ਕਿਸੇ ਗਲਤ ਏਜੰਟ ਦੇ ਮਤਲਬ ਕਿ ਹੱਥੇ ਚੜ੍ਹ ਗਏ ਤਾਂ ਫਿਰ ਉਹ ਕੀ ਹੋਏਗਾ। ਕਈ ਵਾਰ ਕੀ ਕਰਦੇ ਹੈਗੇ ਕਿ ਉਹਨਾਂ ਦਾ ਨਕਲੀ ਜੌਬ ਐਕਸਪੀਰੀਅੰਸ ਲਗਾ ਦਿੰਦੇ ਹੈਗੇ, ਜਾਂ ਕੋਈ ਵੀ ਇਹ ਜਿਹਾ ਨਕਲੀ ਡਾਕੂਮੈਂਟ ਫਾਈਲ 'ਚ ਲਗਾਤਾ। ਠੀਕ ਹੈ। ਸੋ ਕਈਆਂ ਦੀ ਮੈਂ ਫਾਈਲ ਦੇਖੀ ਹੈਗੀ ਹੈ ਕਿ ਉਹ ਮਤਲਬ ਕਿ ਨਕਲੀ ਡਾਕੂਮੈਂਟੇਸ਼ਨ ਦੇ ਕਰਕੇ ਮਤਲਬ ਕਿ ਦੇ ਗੋਟ ਰਿਫਿਊਜ਼ਲ। ਉਸ ਸਿਚੁਏਸ਼ਨ ਦੇ ਵਿੱਚ ਤਾਂ ਮੈਂ ਵੀ ਨਹੀਂ ਕੁਝ ਕਰ ਸਕਦਾ ਇਹ ਸਿਚੁਏਸ਼ਨ, ਕਿਉਂਕਿ ਜਦੋਂ ਤੁਸੀਂ ਇੱਕ ਡਾਕੂਮੈਂਟ ਹੀ ਨਕਲੀ ਦੇਤਾ। ਠੀਕ ਹੈ। ਸੋ ਇਹ ਜਿਹੇ ਜਿਹੜੇ ਮਤਲਬ ਕਿ ਕਾਰਨ ਹੈਗੇ ਆ ਕਿ ਗੈਪ ਨੂੰ ਕਵਰ ਕਰਦੇ ਜੀ ਉਹਨੇ ਕੁਛ ਮਤਲਬ ਕਿ ਇਹੋ ਜਿਹੀਆਂ ਚੀਜ਼ਾਂ ਪੇਸ਼ ਕਰਤੀਆਂ ਜਿਹਦਾ ਕੋਈ ਫਿਰ ਇਲਾਜ ਵੀ ਨਹੀਂ ਹੋ ਸਕਦਾ।
ਬਟ ਅਗਰ ਆਪਾਂ ਤੁਸੀਂ ਹੁਣ ਪੁੱਛਿਆ ਹੈਗਾ ਕਿ ਜੀ ਗੈਪ ਕਿੰਨਾ ਤੇ ਕਿਆ ਉਹਦਾ ਮਤਲਬ ਕਿ ਹੱਲ ਕੀ ਹੋ ਸਕਦਾ ਹੈ, ਹੱਲ ਇਹ ਹੋ ਸਕਦਾ ਹੈ ਕਿ ਵੀ ਹੈਵ ਟੂ ਐਕਸਪਲੇਨ ਦ ਫੈਕਟਸ ਪ੍ਰੋਪਰਲੀ, ਕਿ ਅਸੀਂ ਤੁਹਾਡੀ ਜਿਹੜੀ ਐਗਜ਼ੈਕਟ ਸਿਚੁਏਸ਼ਨ ਸੀਗੀ ਉਹਨੂੰ ਅਸੀਂ ਪ੍ਰੋਪਰਲੀ ਪੇਸ਼ ਕਰਾਂਗੇ। ਸਾਡੇ ਕੋਲ ਬਹੁਤ ਸਾਰੇ ਫੈਮਿਲੀ ਕੇਸਿਸ ਆਉਂਦੇ ਹੈਗੇ, ਮਤਲਬ ਕਿ ਜ਼ਿਆਦਾਤਰ ਜਿਸ ਤਰ੍ਹਾਂ ਮਤਲਬ ਕਿ ਜਿਹੜੀ ਆਪਣੀ ਲੜਕੀਆਂ ਹੈਗੀਆਂ ਉਹਨਾਂ ਦਾ ਮਤਲਬ ਕਿ ਆਲਰੇਡੀ ਮੈਰਿਜ ਹੋ ਚੁੱਕੀ ਹੈਗੀ ਹੈ। ਸੋ ਆਫਟਰ ਮੈਰਿਜ ਦੇ ਹੈਡ ਮਤਲਬ ਕਿ 1 or 2 ਕਿਡਸ ਉਹਨਾਂ ਦੇ ਹੋ ਗਏ, ਤਾਂ ਉਹ ਫਿਰ ਉਸ ਦੌਰਾਨ ਦੇ ਵਿੱਚ ਮਤਲਬ ਕਿ ਦੇ ਹੈਡ ਟੂ ਟੇਕ ਕੇਅਰ ਆਫ देयर ਕਿਡਸ, ਉਹਨਾਂ ਦੇ ਬੱਚਿਆਂ ਦਾ ਧਿਆਨ ਰੱਖਣਾ ਸੀਗਾ, ਤਾਂ ਜੌਬ ਕਿੱਥੋਂ ਕਰ ਲੈਣਗੇ। ਲੇਕਿਨ ਕਈ ਵਾਰ ਮੈਂ ਇਹ ਵੀ ਦੇਖਿਆ ਹੈਗਾ ਕਿ ਉਹਨਾਂ ਦੇ ਵੀ ਵਿਚਾਰਿਆਂ ਦੇ ਕਈਆਂ ਦਾ ਜੌਬ ਨਕਲੀ ਜੌਬ ਐਕਸਪੀਰੀਅੰਸ ਸਰਟੀਫਿਕੇਟ ਲਾਤਾ। ਸੋ ਮਤਲਬ ਕਿ ਨਾ ਇਹ ਚੀਜ਼ਾਂ ਜਿਹੜੀ ਹੈਗੀਆਂ ਕਿ ਇੱਕ ਫੈਕਚੁਅਲ ਵੇ ਨਾਲ ਅਗਰ ਆਪਾਂ ਚੱਲੀਏ ਪੂਰਾ ਐਕਸਪਲੇਨ ਕਰਦੇ ਹੋਏ ਕਿ ਜੀ ਉਹਦਾ ਇੰਟਰਸਟ ਕਿੱਥੋਂ ਬਣਿਆ ਬਾਹਰ ਜਾਣ ਦਾ। ਹੁਣ ਕੋਈ ਇਹ ਤਾਂ ਕੋਈ ਰੋਕ ਨਹੀਂ ਨਾ ਹੈਗੀ ਕਿ ਜੇ ਤੁਸੀਂ ਆਪਣਾ ਜੇ ਤੁਹਾਡੇ 5 ਸਾਲ ਹੋ ਗਏ ਤੁਹਾਡੇ ਸਟੱਡੀ ਗੈਪ ਨੂੰ, ਤਾਂ ਹੁਣ ਤੁਸੀਂ ਬਾਹਰ ਜਾਣ ਬਾਰੇ ਨਹੀਂ ਸੋਚ ਸਕਦੇ। ਕਿਉਂ ਨਹੀਂ ਸੋਚ ਸਕਦੇ ਤੁਸੀਂ? ਤੁਹਾਡੇ ਕੋਲ ਪਹਿਲਾਂ ਹੋ ਸਕਦਾ ਤੁਹਾਡੀ ਇਹੀ ਜਿਹੀ ਕੰਡੀਸ਼ਨ, ਫਾਈਨੈਂਸ਼ੀਅਲ ਕੰਡੀਸ਼ਨ ਜਾਂ ਤੁਹਾਡੀ ਕੋਈ ਹੋਰ ਕੰਡੀਸ਼ਨ ਹੋ ਸਕਦੀ ਹੈ ਜਿਹਨੇ ਤੁਹਾਨੂੰ ਪ੍ਰੀਵੈਂਟ ਕੀਤਾ ਸੀਗਾ ਕਿ ਤੁਸੀਂ ਉਸ ਟਾਈਮ ਨਹੀਂ ਅਪਲਾਈ ਕਰ ਸਕਦੇ ਸੀਗੇ। ਉਹ ਚੀਜ਼ਾਂ ਦੇ ਬਾਰੇ ਆਪਾਂ ਐਕਸਪਲੇਨੇਸ਼ਨ ਦੇਵਾਂਗੇ ਕਿ ਇਹ ਚੀਜ਼ ਸੀਗੀ, ਅੱਜ ਦੀ ਡੇਟ 'ਚ ਤੁਹਾਡੇ ਸਰਕਮਸਟੈਂਸਿਸ ਜਿਹੜੇ ਹੈਗੇ ਚੇਂਜ ਹੋ ਚੁੱਕੇ ਹੈਗੇ, ਹੁਣ ਤੁਸੀਂ ਕਿਉਂ ਨਹੀਂ ਅਪਲਾਈ ਕਰ ਸਕਦੇ। ਸੋ ਜਿਹੜੇ ਉੱਥੇ ਇਮੀਗ੍ਰੇਸ਼ਨ ਆਫੀਸਰ ਹੈਗੇ ਆ ਉਹ ਵੀ ਸਾਡੀ ਤਰ੍ਹਾਂ ਇਨਸਾਨ ਹੀ ਹੈਗੇ ਆ, ਉਹਨਾਂ ਦੇ ਕੋਲ ਕੋਈ ਇਹ ਨਹੀਂ ਹੈਗਾ ਕਿ ਵੀ ਇਹਦਾ ਗੈਪ ਹੈ ਤਾਂ ਇਹਨੂੰ ਉਡਾ ਦਿਓ, ਇੱਦਾਂ ਨਹੀਂ ਹੈ ਕੁਝ ਵੀ। ਸੋ ਦੇ ਵਿਲ ਆਲਵੇਜ਼ ਗੋ ਬਾਏ ਦ ਫੈਕਟਸ। ਅਗਰ ਤੁਹਾਡੀ ਬਿਲਕੁਲ ਪ੍ਰੋਪਰ ਆਥੈਂਟਿਕ ਵੇ ਨਾਲ ਤੁਹਾਡੀ ਐਕਸਪਲੇਨੇਸ਼ਨ ਕੀਤੀ ਹੋਈ ਹੈ ਔਰ ਅਗਰ ਉਹਦੇ ਰਿਲੇਟਡ ਕੋਈ ਪ੍ਰੂਫ ਲੱਗ ਸਕਦੇ ਹੈਗੇ ਜਿਹੜੇ ਕਿ ਤੁਹਾਡਾ ਉਹ ਗੈਪ ਦਾ ਕਾਰਨ ਬਣੇ ਸੀਗੇ, ਤੇ ਉਹ ਚੀਜ਼ਾਂ ਸਾਰੀਆਂ ਜਿਹੜੀ ਹੈਗੀਆਂ ਲਾਈਕ ਆਪਾਂ ਉਹਨੂੰ ਜਦੋਂ ਪੇਸ਼ ਕਰਦੇ ਹੈਗੇ ਆ ਤਾਂ ਵੀਵ ਗੋਟ ਵੀਜ਼ਾਸ। ਸਾਡੇ ਕੋਲ ਤਾਂ 8-8 10-10 ਕਿ 12-12 ਸਾਲ ਆਪਣੇ ਗੈਪ ਵਾਲਿਆਂ ਦੇ ਵੀ ਵੀਜ਼ੇ ਆਏ ਹੈਗੇ। ਸੋ ਇਟ ਡਿਪੈਂਡਸ, ਟੋਟਲੀ ਡਿਪੈਂਡਸ। ਮਤਲਬ ਕਿ ਉਹੀ ਫਿਰ ਆਪਣੇ ਮਤਲਬ ਕਿ ਜਿਸ ਤਰ੍ਹਾਂ ਉਹਨੇ ਸ਼ੋਅ ਥੋੜਾ ਮਤਲਬ ਕਿ ਛੋਟਾ ਹੈ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਨ ਲਈ, ਬਟ ਤੁਸੀਂ ਰੈਸਟ ਅਸ਼ੋਰਡ ਰਹੋ ਕਿ ਜਦੋਂ ਤੁਹਾਡੇ ਕੋਲ ਇਹ ਜੀ ਕੋਈ ਮਤਲਬ ਕਿ ਤੁਹਾਡੀ ਪ੍ਰੋਫਾਈਲ ਹੈਗੀ ਹੈ, ਸੋ ਚਾਰਮਸ ਐਜੂਕੇਸ਼ਨ ਜਦੋਂ ਤੁਸੀਂ ਆਓਗੇ ਸੋ ਇਟ ਵਿਲ ਬੀ ਡੈਫੀਨਿਟਲੀ ਅਸੈਸਡ। ਅਸੀਂ ਤੁਹਾਨੂੰ ਐਟਲੀਸਟ ਇੱਕ ਟਰੂ ਇਨਫੋਰਮੇਸ਼ਨ ਦੇਵਾਂਗੇ ਕਿ ਤੁਹਾਡਾ ਜਿਹੜਾ ਹੈਗਾ ਅਗਰ ਹੋ ਸਕਦਾ ਹੈ ਤਾਂ ਇਹ ਇਸ ਤਰ੍ਹਾਂ ਤੁਹਾਡਾ ਇਹ ਕੇਸ ਪੋਸੀਬਲ ਹੈਗਾ ਕਰਨਾ। ਐਂਡ ਸਾਡੇ ਕੋਲ ਤਾਂ ਮਤਲਬ ਕਿ ਹਜ਼ਾਰਾਂ ਇਹ ਜਿਹੇ ਲਾਈਕ ਐਗਜ਼ਾਮਪਲਸ ਹੈਗੀਆਂ ਜਿਹਦੇ 'ਚ ਅਸੀਂ ਗੈਪ ਵਾਲੇ ਸਟੂਡੈਂਟਸ ਨੂੰ ਅਸੀਂ ਬਾਹਰ ਭੇਜਿਆ ਹੋਇਆ ਐਂਡ ਦੇ ਆਰ ਵੈਲ ਸੈਟਲਡ। ਸੋ ਸਾਨੂੰ ਆਪਣੇ 'ਤੇ ਪੂਰਾ ਕੌਨਫੀਡੈਂਸ ਹੈਗਾ ਕਿ ਜਦੋਂ ਤੁਸੀਂ ਸਾਡੇ ਕੋਲ ਆਓਗੇ ਤਾਂ ਤੁਹਾਨੂੰ ਇੱਕ ਸਹੀ ਜਾਣਕਾਰੀ ਨਾਲ ਅਸੀਂ ਤੁਹਾਨੂੰ ਗਾਈਡ ਕਰਾਂਗੇ। तो like most likely chances are that you will definitely get through, you get your visa and go to your dream country. Yeah. ਅੱਛਾ ਸਰ, ਜਿਵੇਂ ਗੈਪ ਦੀ ਗੱਲ ਕਰ ਰਹੇ ਆ, ਈਵਨ ਜੋ ਫਰੈਸ਼ ਬੱਚੇ ਵੀ ਹੈਗੇ ਸੋ ਆਲਮੋਸਟ ਹੁੰਦਾ ਕਿ ਸਾਡੀ ਫੈਮਿਲੀ ਹੈਗੀ ਹੈ, ਸਾਡਾ ਸਪਾਊਸ ਹੈਗਾ, ਉਹਨੂੰ ਵੀ ਅਸੀਂ ਨਾਲ ਲੈ ਕੇ ਜਾਣਾ। ਔਰ ਖਾਸ ਕਰਕੇ ਜਦੋਂ ਅਸੀਂ 5-5 10-10 ਸਾਲ ਦੇ ਗੈਪ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਤਾਂ ਆਲਮੋਸਟ ਇਹ ਹੈ ਕਿ ਸਪਾਊਸ ਵੀ ਹੋਣਗਾ, ਬੱਚੇ ਵੀ ਹੋਣਗੇ, ਸਾਰਿਆਂ ਨੇ ਨਾਲ ਜਾਣਾ ਹੈਗਾ, ਪੂਰੀ ਫੈਮਿਲੀ ਸੈਟਲ ਹੋ ਜਾਵੇ। ਤੇ ਨਿਊਜ਼ੀਲੈਂਡ ਕਿੱਦਾਂ ਵੀਜ਼ਾ ਦੇ ਰਿਹਾ ਸਪਾਊਸ ਨੂੰ ਜਾਂ ਪੂਰੀ ਫੈਮਿਲੀ ਦੀ ਜੇ ਮੈਂ ਗੱਲ ਕਰਾਂ? ਜ਼ਿਆਦਾਤਰ ਜਿਹੜੇ ਸਪਾਊਸ ਜਿਹੜੇ ਜਾ ਰਹੇ ਹੈਗੇ ਆ, ਸੋ ਇੱਕ ਉਹਨਾਂ ਦੀ ਇੱਕ ਬਿਲਕੁਲ ਕਲੀਅਰ ਕੱਟ ਉਹਨਾਂ ਦੀ ਇੰਸਟਰਕਸ਼ਨ ਹੈਗੀ ਹੈ ਕਿ ਜਿਹੜੇ ਮਾਸਟਰਸ ਲੈਵਲ 9 ਤੇ ਜਾਂਦੇ ਹੈਗੇ ਸਟੂਡੈਂਟਸ ਤਾਂ ਉਹ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਜਾ ਸਕਦੇ ਹੈਗੇ। ਇਹਦੇ 'ਚ ਉਹਨਾਂ ਨੂੰ ਕੁਝ ਫਾਇਦੇ ਵੀ ਹੈਗੇ ਕਿ ਜਿਸ ਤਰ੍ਹਾਂ ਅਗਰ ਬੱਚਾ ਅਗਰ ਸਕੂਲ ਗੋਇੰਗ ਏਜ ਹੈਗਾ ਤਾਂ ਮਤਲਬ ਕਿ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਸਟੂਡੈਂਟ ਅਗਰ ਉੱਥੇ ਮਾਸਟਰ ਲੈਵਲ 'ਚ ਜਾਂਦਾ ਹੈਗਾ 9 ਦੇ ਵਿੱਚ ਪ੍ਰੋਗਰਾਮ 'ਚ, ਤਾਂ ਉਹਨੂੰ ਉੱਥੇ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਜੁਆਇੰਟਲੀ ਉਹਦਾ ਜਿਹੜਾ ਮਤਲਬ ਕਿ ਸਪਾਊਸ ਹੈਗਾ ਤਾਂ ਉਹਨੂੰ ਵੀ ਡਿਊਰਿੰਗ ਦਾ ਸਟੱਡੀ ਟਾਈਮ ਔਰ ਜਿਹੜਾ ਬਾਅਦ ਚੋਂ 3 ਸਾਲ ਦਾ ਵਰਕ ਪਰਮਿਟ ਸਟੂਡੈਂਟ ਨੂੰ ਮਿਲਣਾ ਹੈਗਾ, ਉਹੀ ਵਰਕ ਪਰਮਿਟ ਉਹਨੂੰ ਸਪਾਊਸ ਨੂੰ ਮਿਲਣਾ ਹੈਗਾ। ਤਾਂ ਸੇਮ ਟਾਈਮ ਵਰਕ ਪਰਮਿਟ, ਅਗਰ 1 ਸਾਲ ਦਾ ਕੋਰਸ ਹੈ 3 ਸਾਲ ਦਾ ਵਰਕ ਪਰਮਿਟ, ਔਰ ਜਿਹੜਾ ਡਿਪੈਂਡੈਂਟ ਸਪਾਊਸ ਹੈਗਾ ਉਹਨੂੰ ਵੀ 1 ਈਅਰ ਦਾ ਪਹਿਲਾਂ ਡਿਊਰਿੰਗ ਸਟੱਡੀ ਟਾਈਮ ਓਪਨ ਵਰਕ ਪਰਮਿਟ, ਔਰ ਬਾਅਦ ਚੋਂ ਵੀ ਜਿਹੜਾ ਸਪਾਊਸ ਨੂੰ ਮਿਲਣਾ ਹੈਗਾ, ਜਿਹੜਾ ਸਟੂਡੈਂਟ ਨੂੰ ਮਿਲਣਾ ਹੈਗਾ ਵਰਕ ਵੀਜ਼ਾ, ਉਹ ਵੀ ਉਹਨੂੰ ਵੀ ਆਪਣਾ ਜਿਹੜਾ ਹੈਗਾ 3 ਸਾਲ ਦਾ ਬਿਲਕੁਲ ਸੇਮ ਮਿਲੇਗਾ। ਇਸ ਤੋਂ ਇਲਾਵਾ ਅਗਰ ਉਹਨਾਂ ਦੀ ਫੈਮਿਲੀ ਹੈਗੀ ਹੈ, ਅਗਰ ਉਹਨਾਂ ਦਾ ਕੋਈ ਬੱਚਾ ਹੈਗਾ, ਅਗਰ 5 ਸਾਲ ਤੋਂ ਛੋਟਾ ਹੈਗਾ ਤਾਂ ਡੈਫੀਨਿਟਲੀ ਉਹਨਾਂ ਨੂੰ ਵੇਟ ਕਰਨੀ ਪੈਣੀ ਹੈ। ਲੇਕਿਨ ਜਿਸ ਤਰ੍ਹਾਂ ਹੀ ਉਹ 5 ਜਾਂ 6 ਸਾਲ ਦੇ ਵਿੱਚ ਉੱਥੇ ਏਜ ਐਂਟਰ ਕਰਦਾ ਹੈਗਾ ਤਾਂ ਫਿਰ ਉਹਨੂੰ ਉੱਥੇ ਸਕੂਲਿੰਗ ਦੇ ਵਿੱਚ ਉੱਥੇ ਪਾਇਆ ਜਾ ਸਕਦਾ ਹੈਗਾ, ਔਰ ਸਕੂਲਿੰਗ ਉੱਥੇ ਬਿਲਕੁਲ ਉਹਦੇ ਲਈ ਬਿਲਕੁਲ ਫ੍ਰੀ ਹੋਏਗੀ। ਸੋ ਫੈਮਲੀਜ਼ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੈਗਾ। ਸੋ ਇਕੱਲਾ ਹੀ ਮਾਸਟਰ ਲੈਵਲ 9 ਦਾ ਕੋਰਸ ਨਹੀਂ ਹੈਗਾ, ਅਗਰ ਤੁਸੀਂ ਇੱਕ ਗ੍ਰੀਨ ਲਿਸਟ ਵੀ ਹੈਗੀ ਹੈ, ਅਗਰ ਤੁਸੀਂ ਗ੍ਰੀਨ ਲਿਸਟ ਵੀ ਕੁਆਲੀਫਾਈ ਕਰਦੇ ਹੈਗੇ ਹੋ, ਸੋ ਸਟਿਲ ਯੂ ਗੋਟ ਅ ਚਾਂਸ ਟੂ ਟੇਕ ਯੋਰ ਫੈਮਲੀ ਦੇਅਰ। ਬਟ ਇਹਦੇ ਜਿਹੜੇ ਡਿਟੇਲਸ ਹੈਗੇ ਆ ਗ੍ਰੀਨ ਲਿਸਟ ਦੇ ਔਰ ਕਿੱਦਾਂ ਤੁਸੀਂ ਜਾ ਸਕਦੇ ਹੈਗੇ ਹੋ, ਤੁਸੀਂ ਸਾਨੂੰ ਜ਼ਰੂਰ ਇਹਦੇ ਲਈ ਕੰਟੈਕਟ ਕਰਿਓ ਕਿ ਅਗਰ ਤੁਸੀਂ ਮਾਸਟਰ ਲੈਵਲ 9 'ਚ ਨਹੀਂ ਜਾਣਾ ਚਾਹੁੰਦੇ ਤਾਂ ਤੁਹਾਡੇ ਕੋਲ ਹੋਰ ਕਿਹੜੀ ਪੋਸੀਬਿਲਿਟੀਜ਼ ਹੈਗੀਆਂ ਜਿਹੜੀ ਕਿ ਤੁਸੀਂ ਐਕਸਪਲੋਰ ਕਰਨਾ ਚਾਹੁੰਦੇ ਹੈਗੇ ਹੋ। ਸੋ ਦੇਰ ਆਰ ਅਦਰ ਵੇਜ਼ ਆਲਸੋ
ਸੋ ਵੇਅਰ ਯੂ ਕੈਨ ਟੇਕ ਯੋਰ ਸਪਾਊਸ। ਬਿਲਕੁਲ ਜੀ, ਨੰਬਰ ਤੁਹਾਡੇ ਕੋਲ ਆ ਹੀ ਗਏ ਨੇ ਚਾਂਸ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਦੇ। ਤੁਸੀਂ ਇਹਨਾਂ ਨੰਬਰ ਤੇ ਕਾਲ ਕਰੋ, ਪ੍ਰੋਪਰ ਆਪਣਾ ਇੱਕ ਪ੍ਰੋਫਾਈਲ ਜੋ ਵੀ ਹੈ ਡਿਸਕਸ ਕਰੋ, ਤੁਹਾਡੀ ਪ੍ਰੋਪਰ ਅਸੈਸਮੈਂਟ ਕੀਤੀ ਜਾਏਗੀ। ਅੱਛਾ ਸਰ, ਸਪਾਊਸ ਵੀਜ਼ਾ ਦੀ ਗੱਲ ਕਰ ਰਹੀ ਹੈ ਪਰ ਚੱਲ ਰਹੀ ਹੈ, ਪਰ ਨਿਊਜ਼ੀਲੈਂਡ ਦੇ ਵਿੱਚ ਇੱਕ ਹੋਰ ਕਨਫਿਊਜ਼ਨ ਹੁੰਦੀ ਹੈ ਕਿ ਜਿਹੜਾ ਸਪਾਊਸ ਨਾਲ ਜਾਏਗਾ ਓਪਨ ਵਰਕ ਪਰਮਿਟ ਤੇ ਜਾਏਗਾ ਜਾਂ ਫਿਰ ਵਿਜ਼ਿਟਰ ਤੇ ਜਾਏਗਾ। ਹਾਂਜੀ, ਇਹ ਚੀਜ਼ ਥੋੜੀ ਜਿਹੀ ਦੇਖੀ ਗਈ ਹੈ ਕਿ ਜਿਹੜੇ ਲਾਈਕ ਅਗਰ ਕੋਈ ਸਪਾਊਸ ਨੇ ਮਤਲਬ ਕਿ ਜਿਹੜੇ ਸਟੂਡੈਂਟ ਨੇ ਮਾਸਟਰ ਲੈਵਲ 9 ਲਈ ਅਪਲਾਈ ਕੀਤਾ ਹੈਗਾ, ਬਟ ਕਿਉਂਕਿ ਉਹਨਾਂ ਦਾ ਜਿਸ ਤਰ੍ਹਾਂ ਜਿਹੜੀ ਮੈਰਿਜ ਹੈਗੀ ਹੈ, ਠੀਕ ਹੈ, ਉਹ ਥੋੜੀ ਜਿਹੀ ਹਲੇ ਨਵੀਂ ਹੀ ਹੈਗੀ ਹੈ, ਮਤਲਬ ਕਿ ਲਾਸਟ ਹਲੇ 6 ਮੰਥ 'ਚ ਮੈਰਿਜ ਹੋਈ ਹੈ ਤੇ ਹੁਣ ਸਟੂਡੈਂਟ ਦਾ ਵੀਜ਼ਾ ਲੱਗ ਗਿਆ ਤੇ ਜਿਹੜਾ ਸਪਾਊਸ ਹੈਗਾ ਉਹਨੇ ਹੁਣ ਨਾਲ ਜਾਣਾ ਹੈ। ਸੋ ਵੀ ਕੈਨ ਅਪਲਾਈ ਦ ਕੇਸ ਔਨ ਦ ਬੇਸਿਸ ਲਾਈਕ ਕਿ ਵੀ ਅਸੀਂ ਰਿਕੁਐਸਟ ਕਰ ਸਕਦੇ ਹਾਂ ਕਿ ਇਹਨਾਂ ਨੂੰ ਜਿਹੜਾ ਵਰਕ ਵੀਜ਼ਾ ਲਈ ਅਸੀਂ ਰਿਕੁਐਸਟ ਕਰ ਸਕਦੇ ਹਾਂ ਫॉर ਸ਼ੋਰ, ਮਤਲਬ ਕਿ ਅਸੀਂ ਉਹਦੀ ਐਪਲੀਕੇਸ਼ਨ ਪਾ ਸਕਦੇ ਹੈਗੇ ਹਾਂ। ਬਟ ਕਈ ਵਾਰ ਕੀ ਹੁੰਦਾ ਹੈਗਾ ਕਿ ਜਿਹੜਾ ਉੱਥੇ ਇਮੀਗ੍ਰੇਸ਼ਨ ਆਫਿਸਰ ਹੈਗਾ ਉਹ ਉਹਨੂੰ ਇਸ ਤਰ੍ਹਾਂ ਅਸੈਸ ਕਰਦਾ ਹੈ ਕਿ ਹਲੇ ਇਹਨੂੰ ਆਪਾਂ ਇੱਕਦਮ ਵਰਕ ਪਰਮਿਟ ਨਹੀਂ ਦੇ ਸਕਦੇ, ਸੋ ਵੀ ਕੈਨ ਗਿਵ ਅ ਡਿਪੈਂਡੈਂਟ ਵਿਜ਼ਿਟਰ ਵੀਜ਼ਾ। ਠੀਕ ਹੈ, ਡਿਪੈਂਡੈਂਟ ਵਿਜ਼ਿਟਰ ਵੀਜ਼ਾ ਜੋ ਕੰਮ ਨਹੀਂ ਕਰ ਸਕਦਾ, ਲੇਕਿਨ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਅਸੀਂ ਦੇਖੇ ਜਿਹਦੇ 'ਚ ਕੀ ਚਾਹੇ ਉਹਨੂੰ ਡਿਪੈਂਡੈਂਟ ਵਿਜ਼ਿਟਰ ਵੀਜ਼ਾ ਮਿਲ ਗਿਆ, ਠੀਕ ਹੈ, ਤੇ ਲੇਕਿਨ ਉਹ ਡਿਪੈਂਡੈਂਟ ਵਿਜ਼ਿਟਰ ਉੱਥੇ ਜਾ ਕੇ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੇ 3 ਮਹੀਨੇ ਆਲਮੋਸਟ ਮਤਲਬ ਕਿ ਇੱਕ ਟਾਈਮ ਸਪੈਂਡ ਕਰਨਾ ਹੁੰਦਾ ਹੈ ਤੇ ਆਪਾਂ ਫਿਰ ਤੋਂ ਉਹਦੀ ਜਿਹੜੀ ਫਾਈਲ ਹੈਗੀ ਦੁਬਾਰਾ ਲਗਾ ਕੇ ਐਂਡ ਦੇ ਵਿਲ ਗੈਟ ਦ ਵਰਕ ਵੀਜ਼ਾ। ਤਾਂ ਤੁਹਾਨੂੰ ਇਸ ਚੀਜ਼ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ। ਬਹੁਤ ਸਾਰੇ ਕਲਾਇੰਟਸ ਉਹਨਾਂ ਦੇ ਮਨ 'ਚ ਡਾਊਟ ਹੁੰਦਾ ਹੈ ਕਿ ਮੈਂ ਤਾਂ ਜੀ ਵਰਕ ਤੇ ਹੀ ਜਾਣਾ ਤਾਂ ਮੇਰਾ ਵਿਜ਼ਿਟਰ ਕਿੱਦਾਂ ਲੱਗ ਗਿਆ, ਠੀਕ ਹੈ। ਸੋ ਇਹ ਜਿਹੜੀ ਚੀਜ਼ਾਂ ਹੈਗੀਆਂ ਇਹ ਟੈਕਨੀਕਲ ਹੈਗੀਆਂ, ਸੋ ਇਹ ਚੀਜ਼ ਤੁਸੀਂ ਮਤਲਬ ਕਿ ਸਾਡੇ ਨਾਲ ਬਿਲਕੁਲ ਕਲੈਰੀਫਾਈ ਕਰ ਸਕਦੇ ਹੋਗੇ। ਔਰ ਚਾਰਮਸ ਐਜੂਕੇਸ਼ਨ ਹਮੇਸ਼ਾ ਬਿਲਕੁਲ ਟਰਾਂਸਪੇਰੈਂਸੀ ਨਾਲ ਚੱਲਦਾ ਹੈਗਾ ਕਿ ਤੁਹਾਡੇ ਜਿਹੜੇ ਚਾਂਸਸ ਹੈਗੇ ਆ ਕਿ ਅਗਰ ਵਰਕ ਨਹੀਂ ਤਾਂ ਤੁਹਾਨੂੰ ਇੱਕ ਵਿਜ਼ਿਟਰ ਡਿਪੈਂਡੈਂਟ ਮਿਲ ਜਾਏਗਾ, ਬਟ ਉਹਦੇ 'ਚ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ, ਉਹ ਫਿਰ ਬਾਅਦ 'ਚੋਂ ਕਨਵਰਟ ਹੋ ਹੀ ਜਾਂਦਾ ਹੈਗਾ। ਸੋ ਦੈਟ ਇਜ਼ ਨੋਟ ਅ ਪ੍ਰੋਬਲਮ। ਓਕੇ, ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ, ਥੈਂਕ ਯੂ। ਸੋ ਸਟੂਡੈਂਟਸ, ਬਹੁਤ ਸਾਰੀ ਇਨਫੋਰਮੇਸ਼ਨ ਸੀ ਪਰ ਸਾਡੇ ਕੋਲ ਸਮਾਂ ਘੱਟ ਹੁੰਦਾ, ਪਰ ਕੋਈ ਗੱਲ ਨਹੀਂ, ਜੋ ਵੀ ਤੁਹਾਡਾ ਪ੍ਰੋਫਾਈਲ ਹੈਗਾ ਤੁਸੀਂ ਚਾਂਸ ਐਜੂਕੇਸ਼ਨ ਦੇ ਨਾਲ ਡਿਸਕਸ ਕਰ ਸਕਦੇ ਹੋ। ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ, 11 ਬ੍ਰਾਂਚਿਸ ਹੈਗੀਆਂ ਨੇ ਉਹ ਫਲੈਸ਼ ਹੋ ਰਹੀਆਂ ਨੇ। ਜੇਕਰ ਤੁਸੀਂ ਪੰਜਾਬ 'ਚੋਂ ਹੋ ਤਾਂ ਹੀ ਤਾਂ ਜੋ ਵੀ ਨੀਅਰ ਬਾਈ ਪੈਂਦੀ ਹੈਗੀ ਤੁਸੀਂ ਉੱਥੇ ਪਹੁੰਚੋ। ਈਵਨ ਬੈਂਗਲੌਰ ਦੇ ਵਿੱਚ ਵੀ ਬ੍ਰਾਂਚ ਹੈਗੀ ਆ ਚਾਂਸ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਦੀ, ਤੁਸੀਂ ਉੱਥੇ ਵੀ ਪਹੁੰਚ ਸਕਦੇ ਹੈਗੇ ਹੋ ਜਿਹੜੇ ਵੀ ਨੀਅਰ ਬਾਈ ਬੈਂਗਲੌਰ ਦੇ ਹੈਗੇ ਨੇ। ਕਿਸੇ ਵੀ ਕੰਟਰੀ, ਚਾਹੇ ਅੱਜ ਨਿਊਜ਼ੀਲੈਂਡ ਜਾਂ ਜਰਮਨੀ ਦੀ ਗੱਲ ਕੀਤੀ ਹੈ, ਪਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਆਸਟ੍ਰੇਲੀਆ, ਚਾਹੇ ਸਟੂਡੈਂਟ ਵੀਜ਼ਾ ਲਗਾਉਣਾ, ਚਾਹੇ ਸਪਾਊਸ ਵੀਜ਼ਾ, ਵਿਜ਼ਿਟਰ ਵੀਜ਼ਾ ਲਗਾਉਣਾ, ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਚਾਂਸ ਐਜੂਕੇਸ਼ਨ ਵੱਲੋਂ ਤੁਹਾਡੀ ਕੀਤੀ ਜਾਂਦੀ ਹੈ। ਤੇ ਜ਼ਰੂਰ ਪਹੁੰਚੋ ਇੱਕ, ਜੇਕਰ ਤੁਸੀਂ ਸਹੀ ਤੇ ਸੱਚੀ ਸਲਾਹ ਚਾਹੁੰਦੇ ਹੋ। ਸੋ ਇਸੇ ਤਰ੍ਹਾਂ ਮੈਨੂੰ ਪ੍ਰੀਤ ਨੂੰ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ।